ਜਦੋਂ ਇਹ ਜੰਗ ਸ਼ੁਰੂ ਹੋਣੀ ਸੀ, ਜਦੋਂ ਤਣਾਅ ਦਾ ਮਾਹੌਲ ਬਣਦਾ ਸੀ ਪਹਿਲਗਾਮ ਹਮਲੇ ਤੋਂ ਬਾਅਦ, ਤਾਂ ਉਦੋਂ ਬੜੀਆਂ ਭਵਿੱਖਬਾਣੀਆਂ ਹੋਈਆਂ ਸੀ। ਕੋਈ ਕਹਿੰਦਾ ਸੀ ਕਿ ਹੁਣ ਜਿਹੜੀ ਤੀਜੀ ਵਿਸ਼ਵ ਯੁੱਧ ਹੈ ਉਹ ਲੱਗੂਗਾ, ਕੋਈ ਕਹਿੰਦਾ ਸੀ ਕਾਫੀ ਦੇਸ਼ ਨੇ ਜਿਹੜੇ ਉਹ ਇਸ ਯੁੱਧ ਦੇ ਵਿੱਚ ਨਸ਼ਟ ਹੋਣਗੇ ਜਾਂ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ। ਕਈਆਂ ਨੇ ਭਵਿੱਖਬਾਣੀ ਕੀਤੀ ਸੀ। ਜੀ ਭਵਿੱਖਬਾਣੀਆਂ 'ਚ ਸੱਚਾਈ ਤਾਂ ਹੀ ਹੋਊਗੀ ਜੇ ਕੋਈ ਬੰਦਾ ਐਨਾਲਿਸਿਸ ਕਰਕੇ ਜੀ पूरा ज्योतिष के हिसाब नाल एनालिसिस करके रिजल्ट दसूगा बिना कोई मतलब दे। पहला भी भविष्यवाणी करी सी कि ये 14 तारीख तो पहला शुरू होगी जी जो हुई नहीं तो फिर बाद च जे 14 तारीख तो पहला शुरू हुई तो 14 तो पहला ही खत्म हो जाएगी। थोड़ी बड़ी जंग हो या थोड़ा बड़ा प्रॉब्लम शुरू होगी इंडिया पाकिस्तान च, इंडिया चाइना च, इंडिया चाइना च परोक्ष रूप तो जी वो होगी 15 ਸਤੰਬਰ ਤੋਂ 15 ਅਕਤੂਬਰ ਦੇ ਵਿੱਚ। ਕਿ ਜਿਹੜਾ ਤੀਜਾ ਵਿਸ਼ਵ ਯੁੱਧ ਆ ਉਹਨੂੰ ਲੈ ਕੇ ਬੜੀਆਂ ਭਵਿੱਖਬਾਣੀਆਂ ਹੁੰਦੀਆਂ ਬਾਬਾ ਚੰਗਾ, ਜਿਨ੍ਹਾਂ ਦੀਆਂ ਕਾਫੀ ਭਵਿੱਖਬਾਣੀਆਂ, ਜੇ ਕਰੋਨਾ ਦੀ ਬਿਮਾਰੀ ਦੀ ਭਵਿੱਖਬਾਣੀ ਕਰੀਏ ਤਾਂ ਉਹ ਵੀ ਉਹਨਾਂ ਦੀ ਸੱਚ ਹੋਈ ਸੀ। ਕਾਫੀ ਭਵਿੱਖਬਾਣੀਆਂ ਉਹਨਾਂ ਦੀਆਂ ਸੱਚ ਹੋਈਆਂ ਸੀ। 2029 ਤੋਂ 2032 ਦੇ ਵਿੱਚ ਡੈਫੀਨੇਟਲੀ ਵਾਰ ਹੋਊਗੀ ਔਰ ਵਾਰ ਉਹ ਇੰਨੀ ਬੜੀ ਹੋਊਗੀ ਕਿ बहुत बड़े लैवल ते जिहड़ी ह्यूमन रेस है वो खत्म हो। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ। ਲਗਾਤਾਰ ਜਦੋਂ ਦੀ ਇਹ ਜੰਗ ਸ਼ੁਰੂ ਹੋਈ ਸੀ, ਜਿਹੜੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਜੰਗ ਦਾ ਮਾਹੌਲ ਬਣਿਆ ਸੀ, ਉਦੋਂ ਤੋਂ ਲੈ ਕੇ ਭਵਿੱਖਬਾਣੀਆਂ ਦਾ ਦੌਰ ਵੀ ਜਿਹੜਾ ਕਾਫੀ ਜ਼ਿਆਦਾ ਸ਼ੁਰੂ ਹੋਇਆ ਸੀ। ਕਈਆਂ ਨੇ ਇਸ ਜੰਗ ਨੂੰ ਲੈ ਕੇ ਵੀ ਭਵਿੱਖਬਾਣੀਆਂ ਕੀਤੀਆਂ ਸੀ। ਕਈ ਭਵਿੱਖਬਾਣੀਆਂ ਸੱਚ ਵੀ ਹੋਈਆਂ ਤੇ ਕਈ ਭਵਿੱਖਬਾਣੀਆਂ ਝੂਠ ਵੀ ਹੋਈਆਂ। ਤਾਂ ਸਾਡੇ ਨਾਲ ਅੱਜ ਆਚਾਰਿਆ ਅਦਿੱਤੇ ਜੀ ਮੌਜੂਦ ਨੇ, ਜਿਨ੍ਹਾਂ ਨੂੰ ਇਸ ਪੱਧਰ ਦੇ ਵਿੱਚ, ਇਸ ਪੂਰੀ ਲਾਈਨ ਦੇ ਵਿੱਚ ਕਾਫੀ ਤਜਰਬਾ। ਜਿਹੜੀਆਂ ਤੁਸੀਂ ਫੋਨ ਤੇ ਐਪ ਚਲਾਉਂਦੇ ਹੋ ਐਸਟਰੋਲੋਜੀ ਨੂੰ ਲੈ ਕੇ, ਤਾਂ ਉਹਨਾਂ ਦੇ ਪੈਨਲ ਤੇ ਵੀ ਜਿਹੜਾ ਇਹਨਾਂ ਦੇ ਵੱਲੋਂ ਬੇਹੱਦ ਜਿਹੜਾ ਕੰਮ ਹੈ, ਸਹਿਯੋਗ ਹੈ, ਉਹ ਕੀਤਾ ਜਾਂਦਾ। ਤਾਂ ਹੁਣ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ। ਆਪਾਂ ਕਰਦੇ ਹਾਂ ਗੱਲਬਾਤ ਕਿ ਜਿਹੜੀਆਂ ਇਹ ਭਵਿੱਖਬਾਣੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਕਿੰਨੀ ਸੱਚਾਈ ਆ ਤੇ ਕਿੰਨਾ ਇਹਨਾਂ ਦੇ ਵਿੱਚ ਝੂਠ ਹੈ। ਉਸ ਚੀਜ਼ ਨੂੰ ਸਾਰਾ ਉਸ ਦਾ ਨਿਤਾਰਾ ਕਰਾਂਗੇ। ਸੋ ਆਪਾਂ ਪਹਿਲਾਂ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਆਚਾਰਿਆ ਜੀ, ਸਾਰਿਆਂ ਤੋਂ ਪਹਿਲਾਂ ਆਪਾਂ ਸਿੱਧਾ ਸਪਸ਼ਟ ਗੱਲ 'ਤੇ ਆਉਂਦੇ ਹਾਂ ਕਿ ਜਦੋਂ ਇਹ ਜੰਗ ਸ਼ੁਰੂ ਹੋਣੀ ਸੀ, ਜਦੋਂ ਤਣਾਅ ਦਾ ਮਾਹੌਲ ਬਣਦਾ ਸੀ ਪਹਿਲਗਾਮ ਹਮਲੇ ਤੋਂ ਬਾਅਦ, ਤਾਂ ਉਦੋਂ ਬੜੀਆਂ ਭਵਿੱਖਬਾਣੀਆਂ ਹੋਈਆਂ ਸੀ। ਕੋਈ ਕਹਿੰਦਾ ਸੀ ਕਿ ਹੁਣ ਜਿਹੜੀ ਤੀਜੀ ਵਿਸ਼ਵ ਯੁੱਧ ਹੈ ਉਹ ਲੱਗੂਗਾ, ਕੋਈ ਕਹਿੰਦਾ ਸੀ ਕਾਫੀ ਦੇਸ਼ ਨੇ ਜਿਹੜੇ ਉਹ ਇਸ ਯੁੱਧ ਦੇ ਵਿੱਚ ਨਸ਼ਟ ਹੋਣਗੇ ਜਾਂ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋਊਗਾ। ਕਈਆਂ ਨੇ ਭਵਿੱਖਬਾਣੀ ਕੀਤੀ ਸੀ ਵੀ ਇਹ ਜਿਹੜੀ ਹੈ ਉਹ ਥੋੜ੍ਹੇ ਦਿਨਾਂ ਦੀ ਹੋਊਗੀ, ਜਿਵੇਂ ਤੁਸੀਂ ਵੀ ਭਵਿੱਖਬਾਣੀ ਕੀਤੀ ਸੀ। ਉਹ ਥੋੜ੍ਹੇ ਦਿਨਾਂ ਦੀ ਹੋਊਗੀ, ਜਿਵੇਂ ਥੋੜ੍ਹੇ ਦਿਨਾਂ ਦੀ ਹੋਈ। 3 ਦਿਨਾਂ ਦੀ ਜਿਹੜੀ ਉਹ ਤਣਾਅਪੂਰਨ ਮਾਹੌਲ ਬਣਿਆ ਸੀ, 3 ਦਿਨਾਂ ਬਣਿਆ ਸੀਗਾ। ਤਾਂ ਇਸ ਭਵਿੱਖਬਾਣੀਆਂ ਦੇ ਵਿੱਚ ਕਿੰਨੀ ਸੱਚਾਈ ਤੇ ਕਿੰਨਾ ਝੂਠ ਹੁੰਦਾ ਹੈ ਜੀ? ਭਵਿੱਖਬਾਣੀਆਂ 'ਚ ਸੱਚਾਈ ਤਾਂ ਹੀ ਹੋਊਗੀ ਜੇ ਕੋਈ ਬੰਦਾ ਐਨਾਲਿਸਿਸ ਕਰਕੇ ਜੀ ਪੂਰਾ ज्योतिष ਦੇ ਹਿਸਾਬ ਨਾਲ ਐਨਾਲਿਸਿਸ ਕਰਕੇ ਰਿਜ਼ਲਟ ਦਸੂਗਾ ਬਿਨਾ ਕੋਈ ਮਤਲਬ ਦੇ। ਜੀ ਜਿਹੜੇ ਬੰਦੇ ਮਤਲਬ ਨਾਲ ਰਿਜ਼ਲਟ ਦੱਸੂਗੇ ਕਿ ਵੀ ਸਾਨੂੰ ਕੁਝ ਮਿਲ ਜਾਵੇ ਇਸ ਤਰ੍ਹਾਂ, ਫਿਰ ਉਹ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਸਹੀ ਹੋਣਾ ਜੀ। ਤਾਂ ਹੁਣ ਜਿਹੜੀ ਜੰਗ ਦੀ ਤੁਸੀਂ ਕਰੀ ਹੈ, ਮੈਂ ਪਹਿਲਾਂ ਵੀ ਭਵਿੱਖਬਾਣੀ ਕਰੀ ਸੀ ਕਿ ਇਹ 14 ਤਾਰੀਖ ਤੋਂ ਪਹਿਲਾਂ ਸ਼ੁਰੂ ਹੋਊਗੀ ਜੇ ਹੋਈ ਨਹੀਂ ਤਾਂ ਫਿਰ ਬਾਅਦ ਚ ਜੇ 14 ਤਾਰੀਖ ਤੋਂ ਪਹਿਲਾਂ ਸ਼ੁਰੂ ਹੋਈ ਤਾਂ 14 ਤੋਂ ਪਹਿਲਾਂ ਹੀ ਖਤਮ ਹੋ ਜਾਊਗੀ। ਉਹਦਾ ਮੇਨ ਰੀਜ਼ਨ ਇਹ ਸੀਗਾ ਕਿ ਬ੍ਰਹਸਪਤੀ ਨੇ ਮੋਟਾ ਜੀ 15 ਤੋਂ ਬਾਅਦ ਚੇਂਜ ਹੋਣਾ ਸੀਗਾ ਜੀ, ਔਰ ਉਹ ਸਹੀ ਪੋਜੀਸ਼ਨ 'ਚ ਜਾ ਰਿਹਾ ਸੀ, ਸ਼ਨੀ ਦੀ ਦ੍ਰਿਸ਼ਟੀ ਤੋਂ ਬਾਹਰ ਜਾ ਰਿਹਾ ਸੀ। ਤਾਂ ਉਹ ਜਿਹੜਾ ਮਾਹੌਲ ਹੈ ਵਾਰ ਦਾ ਉਹ ਖਤਮ ਹੋ ਜਾਣਾ ਸੀਗਾ ਜੀ। ਤਾਂ ਹੁਣ ਜਿਹੜਾ ਨੈਕਸਟ ਹੈਗਾ, ਹੁਣ ਜਿਸ ਤਰ੍ਹਾਂ ਤੁਸੀਂ ਵੀ ਪੁੱਛਿਆ, ਔਰ ਬਹੁਤ ਸਾਰੇ ਜੋਤਸ਼ੀ ਜਾਂ एनालिस्ट बहुत भविष्यवाणियाँ भी कर रहे हैं और अपना पॉलिटिकल एनालिसिस भी कर रहे हैं, इकोनॉमिकल एनालिसिस भी कर रहे हैं कि भाई हुण फिर जंग होगी, और जंग हुई, वर्ल्ड वार हुई हो हुई। तो एक गल बड़ी स्पष्ट है कि हजे आने वाले 1.5 साल कोई जंग नहीं होंदी। जे माड़ा मोटा जे होया, जिस तरह इंडिया पाकिस्तान की आपां गल करिए, तो हुण मैं सीधा ही आ रहे हैं बिना कोई लाग लपेट या इस तरह। ਜੇ ਹੁਣ ਮਾੜਾ ਮੋਟਾ ਜੋ ਵੀ ਹੋਇਆ ਉਹ ਹੋਊਗਾ ਜੂਨ ਜਾਂ ਜੁਲਾਈ 'ਚ, ਪਰ ਬਹੁਤ ਛੋਟਾ। ਔਰ ਥੋੜੀ ਬੜੀ ਜੰਗ ਹੋਈ ਜਾਂ ਥੋੜਾ ਬੜਾ ਪ੍ਰੋਬਲਮ ਸ਼ੁਰੂ ਹੋਊਗੀ ਇੰਡੀਆ ਪਾਕਿਸਤਾਨ 'ਚ, ਇੰਡੀਆ ਚਾਈਨਾ 'ਚ ਪਰੋਕਸ਼ ਰੂਪ ਤੋਂ ਉਹ ਹੋਊਗੀ 15 ਸਤੰਬਰ ਤੋਂ 15 ਅਕਤੂਬਰ ਦੇ ਵਿੱਚ ਜੀ। ਇਹ ਫੇਰ ਹੋਊਗਾ, ਫੇਰ ਇੰਡੀਆ ਅਟੈਕ ਕਰੂਗਾ। ਔਰ ਇਹ ਤੁਸੀਂ ਲਿਖ ਕੇ ਰੱਖ ਲਓ ਡੇਟ, 15 ਸਤੰਬਰ 15 ਅਕਤੂਬਰ ਦੇ ਵਿੱਚ ਇੰਡੀਆ ਫੇਰ ਕਰੂਗਾ ਅਟੈਕ ਜੀ। ਇਹ ਤੋਂ
ਪਹਿਲਾਂ ਬਹੁਤ ਮਾੜਾ ਮੋਟਾ ਜੀ ਔਰ ਬਾਅਦ ਚ ਵੀ ਕੁਝ ਨਹੀਂ ਹੋਊਗਾ ਜੀ। ਅਦਿੱਤਿਆ ਜੀ, ਜਿਵੇਂ ਤੁਸੀਂ ਇਹ ਭਵਿੱਖਬਾਣੀ ਕੀਤੀ ਸੀ ਕਿ ਜੇ ਜੰਗ ਹੋਊਗੀ ਤਾਂ 14 ਤੋਂ ਪਹਿਲਾਂ ਹੋਈ ਤਾਂ ਜਿਹੜੀ ਉਹ ਬਹੁਤ ਸ਼ਾਰਟ ਹੋਊਗੀ, ਜੇ 14 ਤੋਂ ਬਾਅਦ ਹੋਈ ਤਾਂ ਉਹ ਲੰਬੀ ਚੱਲ ਸਕਦੀ ਹੈ। ਤੇ ਇਹ ਜਦੋਂ ਤੁਸੀਂ ਜਿਹੜਾ ਐਨਾਲਾਈਜ਼ ਕੀਤਾ ਸੀਗਾ, ਇਹ ਭਵਿੱਖਬਾਣੀ ਕੀਤੀ ਸੀ, ਉਹ ਪਹਿਲਗਾਮ ਹਮਲੇ ਤੋਂ ਪਹਿਲਾਂ ਕੀਤੀ ਸੀ ਜਾਂ ਫਿਰ ਬਾਅਦ? ਇਹ ਪਹਿਲਗਾਮ ਹਮਲੇ ਤੋਂ ਬਾਅਦ ਕੀਤੀ ਸੀ ਜੀ। ਪਹਿਲਾਂ ਅੰਦਾਜ਼ਾ ਇਹੀ ਸੀਗਾ ਕਿ ਦੇਖੋ ਇਹ ਬੜਾ ਮੁਸ਼ਕਿਲ ਹੁੰਦਾ ਕਿਉਂਕਿ ਕੁਐਸਚਨ ਨਹੀਂ ਨਾ ਆਉਂਦਾ, ਜਦ ਤੱਕ ਕੁਐਸਚਨ ਨਹੀਂ ਆਉਂਦਾ ਸਾਹਮਣੇ ਤੋਂ ਕਿਸੇ ਜੋਸ਼ੀ ਨੂੰ, ਤਾਂ ਉਸ ਹਿਸਾਬ ਨਾਲ ਐਨਾਲਿਸਿਸ ਕਰਨਾ ਥੋੜਾ ਔਖਾ ਹੋ ਜਾਂਦਾ। ਜਦ ਕੁਐਸਚਨ ਆਣੇ ਸ਼ੁਰੂ ਹੋਏ ਤਾਂ ਅਸੀਂ ਐਨਾਲਾਈਜ਼ ਕੀਤਾ, ਮੇਰੀ ਟੀਮ ਨੇ ਵੀ ਐਨਾਲਾਈਜ਼ ਕੀਤਾ ਕਿ ਬਈ ਹੁਣ ਕਿਆ ਇਹ ਹਮਲੇ ਹੁੰਦੇ ਰਹੂਗੇ? ਤਾਂ ਆਨਸਰ ਹੈ ਕਿ ਇਹ ਹਮਲੇ ਦੁਬਾਰਾ ਹੋਣਗੇ, ਮਾੜਾ ਮੋਟਾ, ਪਰ ਇਹ ਤੋਂ ਜ਼ਿਆਦਾ ਨਹੀਂ। ਪਾਕਿਸਤਾਨ ਵੱਲੋਂ ਹਮਲਾ ਮਤਲਬ ਜਿਹੜੇ ਆਤੰਕਵਾਦੀ ਹਮਲੇ ਇਹ ਫੇਰ ਹੋਣਗੇ। ਮੇਨ ਨੇੜੇ ਤੇੜੇ ਹੈ ਜੂਨ ਜੁਲਾਈ ਚ, ਮਾੜਾ ਮੋਟਾ, ਪਰ ਇੰਡੀਆ ਜਿਹੜਾ ਸਟਰੋਂਗ ਰਿਸਪੌਂਸ ਕਰੂਗਾ ਜਾਂ ਸਟਰੋਂਗ ਵਾਰ ਮਤਲਬ ਫੇਰ ਸਟਰੋਂਗ ਅਟੈਕ ਹੋਊਗਾ, ਉਹ 15 ਸਤੰਬਰ 15 ਅਕਤੂਬਰ ਦੇ ਵਿੱਚ ਜੀ। ਉਹ ਤੋਂ ਪਹਿਲਾਂ ਬੜਾ ਔਖਾ ਹੈ ਜੀ। ਜਿੱਦਾਂ ਵਿਸ਼ਵ ਯੁੱਧ ਨੂੰ ਲੈ ਕੇ ਜਿਹੜਾ ਤੀਜਾ ਵਿਸ਼ਵ ਯੁੱਧ ਆ, ਉਹਨੂੰ ਲੈ ਕੇ ਬੜੀਆਂ ਭਵਿੱਖਬਾਣੀਆਂ ਹੁੰਦੀਆਂ ਬਾਬਾ ਬੈਂਗਾ, ਜਿਨ੍ਹਾਂ ਦੀਆਂ ਕਾਫੀ ਭਵਿੱਖਬਾਣੀਆਂ, ਜੇ ਕਰੋਨਾ ਦੀ ਬਿਮਾਰੀ ਦੀ ਭਵਿੱਖਬਾਣੀ ਕਰੀਏ ਤਾਂ ਉਹ ਵੀ ਉਹਨਾਂ ਦੀ ਸੱਚ ਹੋਈ ਸੀ, ਕਾਫੀ ਭਵਿੱਖਬਾਣੀਆਂ ਉਹਨਾਂ ਦੀਆਂ ਸੱਚ ਹੋਈਆਂ ਸੀ, ਤਾਂ ਉਹਨਾਂ ਦੇ ਵੱਲੋਂ ਵੀ ਬੜੀਆਂ ਭਵਿੱਖਬਾਣੀਆਂ ਕੀਤੀਆਂ। ਤੁਹਾਡਾ ਕੀ ਕਹਿਣਾ ਵਿਸ਼ਵ ਯੁੱਧ ਤੀਜੇ ਬਾਰੇ? ਅੱਛਾ ਜੀ, ਦੇਖੋ ਅਗਲੇ ਸਾਲ 2026 ਜੂਨ ਤੋਂ ਪਹਿਲਾਂ ਜੀ ਕੁਝ ਵੀ ਨਹੀਂ ਕਿਤੇ ਹੁੰਦਾ, ਪਰ ਮਾੜਾ ਮੋਟਾ ਚੱਲਦਾ ਰਹੂਗਾ। ਕਿਤੇ ਛੋਟਾ ਮੋਟਾ ਕੁਝ ਹੋ ਗਿਆ, ਕਿਸੇ ਨੇ ਕਿਨੂੰ ਮਤਲਬ ਕਿਸੇ ਕੰਟਰੀ ਨੇ ਕਿਸੇ ਨੂੰ ਦਬਕਾ ਮਾਰਤਾ, ਇਸ ਤਰ੍ਹਾਂ ਜੀ ਜੀ ਜੀ, ਠੀਕ ਹੈ ਜੀ। ਪਰ ਜੋ ਵੀ ਵਾਰ ਹੋਣੀ ਹੈ ਜਾਂ ਜੋ ਬੜਾ ਹੋਣਾ ਹੈ, ਉਹ 2026 ਜੂਨ ਜਾਂ ਅਕਤੂਬਰ ਲਾ ਲਓ, ਉਹ ਤੋਂ ਬਾਅਦ ਹੀ ਹੋਊਗਾ। ਔਰ ਵਰਲਡ ਵਾਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ, ਵਰਲਡ ਵਾਰ ਦਾ ਬੇਸਿਕ ਮਤਲਬ ਕਿਆ ਹੈ? ਵਰਲਡ ਵਾਰ ਦਾ ਮਤਲਬ ਹੈ ਕਿ ਪੂਰਾ ਵਿਸ਼ਵ ਉਸ ਵਾਰ 'ਚ ਇਨਵੋਲਵਡ ਹੈ, ਹਿੱਸਾ ਲਊਗਾ। ਹੁਣ ਇੱਕ ਗੱਲ ਦੱਸੋ, ਤੁਸੀਂ ਵਰਲਡ ਵਾਰ 1 ਜਾਂ ਵਰਲਡ ਵਾਰ 2 ਜਿਹਨੂੰ ਆਪਾਂ ਕਹਿੰਦੇ ਆ ਜਾਂ ਪੜ੍ਹਦੇ ਆ, ਕਿਆ ਸਾਰਾ ਵਿਸ਼ਵ ਇਨਵੋਲਵ ਸੀਗਾ? ਨਹੀਂ ਸੀਗਾ। ਕੁਝ ਕੰਟਰੀਜ਼ ਇਨਵੋਲਵ ਸੀ ਔਰ ਕੁਝ ਮੇਜਰ ਕੰਟਰੀਜ਼ ਇਨਵੋਲਵ ਸੀ ਜਿਨ੍ਹਾਂ ਦੇ ਬੰਦਿਆਂ ਨੇ ਲੜਾਈ ਕਰੀ, ਬਾਕੀ ਮੇਜਰਲੀ ਵਿਸ਼ਵ ਇਨਵੋਲਵ ਨਹੀਂ ਸੀਗਾ ਜੀ। ਤਾਂ ਜੇ ਤੁਸੀਂ ਮੇਰੀ ਮੰਨੋ ਜਾਂ ਮੈਂ ਐਨਾਲਿਸਿਸ ਜੋ ਕਰਦਾ, ਵਰਲਡ ਵਾਰ ਇੱਕੋ ਹੋਈ ਹੈ ਅੱਜ ਤੱਕ, ਉਹ ਹੈ ਮਹਾਭਾਰਤ। ਮਹਾਭਾਰਤ 'ਚ ਜੇ ਐਨਾਲਿਸਿਸ ਕਰੋ ਤੁਸੀਂ ਜਾਂ ਦੇਖੋ, ਮੈਂ ਤੁਹਾਨੂੰ ਸਾਇੰਟੀਫਿਕ ਵੀ ਦੱਸਦਾ ਔਰ ਐਸਟ੍ਰੋਲੋਜੀਕਲ ਵੀ ਦੱਸਦਾ ਜੀ। ਤਾਂ ਮਹਾਭਾਰਤ ਜੇ ਕੰਬੀਨੇਸ਼ਨ ਦੇਖਦੇ ਹਾਂ ਅੱਜ, ਤਾਂ ਹੁਣ ਸਟੱਡੀਜ਼ ਹੋ ਰਹੀਆਂ ਅਰਾਊਂਡ 5 ਤੋਂ 7,000 ਸਾਲ ਪਹਿਲਾਂ ਹੋਏ ਉਹਦੇ ਕੰਬੀਨੇਸ਼ਨ। ਹੁਣ ਉਹ ਕਹਿੰਦੇ ਆ, ਜਾਂ ਜੇ ਆਪਾਂ ਵੇਦ ਜਾਂ ਆਪਾਂ ਦੇਖੀਏ, ਉਹ ਕਹਿੰਦੇ ਕਿ ਉਸ ਟਾਈਮ ਪੂਰੇ ਵਿਸ਼ਵ ਚੋਂ, ਹਰ ਕੰਟਰੀ ਚੋਂ ਜਿਹੜੇ ਯੋਧੇ ਸੀ ਉਹ ਆਏ ਇੱਥੇ। ਉਹਨਾਂ ਨੇ ਇੱਥੇ ਆ ਕੇ ਕੁਰੂਕਸ਼ੇਤਰ ਇੰਨਾ ਛੋਟਾ ਜਿਹਾ ਨਹੀਂ ਸੀਗਾ, ਕੁਰੂਕਸ਼ੇਤਰ ਬਹੁਤ ਵਿਸ਼ਾਲ ਏਰੀਆ ਸੀ। ਅੱਜ ਦਾ ਤੁਸੀਂ ਪੰਜਾਬ ਲਾ ਲਓ, ਜਿਹੜਾ ਪਾਕਿਸਤਾਨ 'ਚ ਪੰਜਾਬ ਗਿਆ, ਹਰਿਆਣਾ ਔਰ ਅੱਜ ਦਾ ਪੰਜਾਬ, ਇਹ ਸਾਰਾ ਮਿਲਾ ਕੇ ਉਹਨਾਂ ਨੇ ਏਰੀਆ ਤਿਆਰ ਕਰਿਆ ਸੀਗਾ। ਉਹਦਾ ਵੀ ਰੀਜ਼ਨ ਸੀਗਾ ਕਿ ਕਿਉਂ ਇਹ ਏਰੀਆ, ਕਿਉਂਕਿ ਇਸ ਏਰੀਆ ਦੀ ਜਿਹੜੀ ਐਨਰਜੀ ਹੈ ਉਹ ਇਸ ਤਰ੍ਹਾਂ ਦੀ ਸੀਗੀ ਜਿਹੜੀ ਤੁਹਾਨੂੰ ਪ੍ਰੋਤਸਾਹਿਤ ਕਰਦੀ ਹੈ ਵਾਰ ਲਈ, ਨਾ ਕਿ ਥਿੰਕਿੰਗ ਲਈ ਜੀ। ਉਹ ਅੱਜ ਵੀ ਉਸ ਤਰ੍ਹਾਂ ਹੀ ਹੈ ਏਰੀਆ, ਉਸ 'ਚ ਉਹੀ ਐਨਰਜੀ ਹੈ, ਠੀਕ ਹੈ। ਤਾਂ ਉਸ ਟਾਈਮ ਪੂਰੇ ਵਿਸ਼ਵ ਤੋਂ ਬੰਦੇ ਆਏ। ਤਾਂ ਇੱਕ ਅੰਦਾਜ਼ਾ, ਜੇ ਤੁਸੀਂ ਮਹਾਭਾਰਤ ਦੇ ਸ਼ਲੋਕ ਪੜ੍ਹੋ, ਜਦ ਮਹਾਭਾਰਤ ਖਤਮ ਹੋ ਗਈ ਤਾਂ ਯੁਧਿਸ਼ਠਿਰ ਔਰ ਧ੍ਰਿਤਰਾਸ਼ਟਰ, ਇਹਨਾਂ ਦਾ ਸੰਵਾਦ ਹੋਇਆ। ਧ੍ਰਿਤਰਾਸ਼ਟਰ ਨੇ ਯੁਧਿਸ਼ਠਿਰ ਤੋਂ ਪੁੱਛਿਆ ਕਿ ਯੁਧਿਸ਼ਠਿਰ ਮੈਨੂੰ ਦੱਸੋ, ਇਸ ਯੁੱਧ 'ਚ ਕਿੰਨੇ ਬੰਦੇ ਮਾਰੇ ਗਏ? ਤਾਂ ਯੁਧਿਸ਼ਠਿਰ ਆਨਸਰ ਕਰਦਾ ਉਸ ਟਾਈਮ, ਔਰ ਇਹ ਡਾਕੂਮੈਂਟਡ ਹੈ ਉਸ ਟਾਈਮ, ਕਿ 1.8 ਬਿਲੀਅਨ ਪੁਰਸ਼ ਮਾਰੇ ਗਏ, ਲੇਡੀਜ਼ ਨਹੀਂ, ਬੱਚੇ ਨਹੀਂ। 1.8 ਬਿਲੀਅਨ ਮਤਲਬ ਅੱਜ ਇੰਡੀਆ ਦੀ ਪਾਪੂਲੇਸ਼ਨ ਕਿੰਨੀ ਹੈ? 1.4। ਉਹ ਤੋਂ ਜ਼ਿਆਦਾ ਬੰਦੇ ਉਸ ਟਾਈਮ ਮਾਰੇ ਗਏ। ਤਾਂ ਉਹ ਆਪਾਂ ਕਿਸੇ ਹੋਰ ਦਿਨ ਡਿਸਕਸ਼ਨ ਕਰਾਂਗੇ ਕਿ ਇਹ ਸਾਰਾ ਕਿਆ ਸੀਗਾ, ਪਰ ਉਹ ਸੀ ਵਰਲਡ ਵਾਰ। ਹੁਣ ਜੇ ਮੈਂ ਉਹਦੇ ਐਸਟ੍ਰੋਲੋਜੀਕਲ ਕੰਬੀਨੇਸ਼ਨ ਦੇਖਾਂ, ਅੱਜ ਤੋਂ 5,500 ਸਾਲ ਪਹਿਲਾਂ ਜਿਹੜੀ ਵਰਲਡ ਵਾਰ ਦੀ ਉਹਨਾਂ ਨੇ ਰਿਸ਼ੀ ਵੇਦ ਵਿਆਸ ਨੇ ਦੱਸਿਆ ਕਿ ਕਿਆ ਕੰਬੀਨੇਸ਼ਨ ਸੀਗੇ, ਔਰ ਫਿਰ ਮੈਂ ਉਹੀ ਐਨਾਲਾਈਜ਼ ਕਰਾਂ ਕਿ ਉਹ ਕਦ ਆਉਂਗੇ ਦੁਬਾਰਾ, ਤਾਂ ਆਪਾਂ ਇੱਕ ਛੋਟਾ ਪ੍ਰਿਡਿਕਸ਼ਨ ਕਰ ਸਕਦੇ ਹਾਂ ਕਿ ਵਰਲਡ ਵਾਰ ਜੀ 'ਚ ਐਕਚੁਅਲ ਪੂਰਾ ਵਿਸ਼ਵ ਇਨਵੋਲਵ ਹੋਊਗਾ, ਉਹ ਕਦ ਹੋਊਗੀ। ਤਾਂ ਉਸ ਟਾਈਮ ਸ਼ਨੀ ਬਹੁਤ ਅਨਆਸਪੀਸ਼ੀਅਸ, ਯਾਨੀ ਬਹੁਤ ਬੁਰਾ ਸੀਗਾ ਉਸ ਮਾਨਵ ਜਾਤੀ ਲਈ। ਉਹ ਸੀ ਰੋਹਿਣੀ ਨਕਸ਼ਤਰ 'ਚ। ਰੋਹਿਣੀ ਕਿਹਦਾ ਨਕਸ਼ਤਰ ਹੈ? ਚੰਦਰਮਾ ਦਾ। ਯਾਨੀ ਜਦ ਬੰਦਿਆਂ ਦਾ ਹਿਊਮਨ ਲਾਈਫ ਜਿਹੜੀ ਰੇਸ ਹੈ, ਇਹਦਾ ਦਿਮਾਗ ਬਿਲਕੁਲ ਬੰਦ ਹੋਊਗਾ ਔਰ ਸਿਰਫ ਇੱਕ ਪਾਸੇ ਸੋਚੂਗੇ ਕਿ ਯਾਰ ਜਾਂ ਤਾਂ ਮੈਂ ਕਰ ਲਵਾਂ
ਜਾਂ ਮਾਰ ਦੇਵਾਂ ਜਾਂ ਮਰ ਜਾਵਾਂ। ਉਹ ਕੰਬੀਨੇਸ਼ਨ ਦੁਬਾਰਾ ਬਣ ਰਿਹਾ 2030 ਚ। ਠੀਕ ਹੈ, ਤਾਂ ਹੁਣ ਜਿਹੜਾ ਮੈਂ ਐਨਾਲਾਈਜ਼ ਕਰਿਆ ਵਾ 2029 ਤੋਂ 2032 ਦੇ ਵਿੱਚ ਡੈਫੀਨੇਟਲੀ ਵਾਰ ਹੋਊਗੀ, ਔਰ ਵਾਰ ਹੋਏ ਇੰਨੀ ਬੜੀ ਹੋਊਗੀ ਕਿ ਬਹੁਤ ਬੜੇ ਲੈਵਲ ਤੇ ਜਿਹੜੀ ਹਿਊਮਨ ਰੇਸ ਹੈ ਉਹ ਖਤਮ ਹੋਊਗੀ। ਇਹ ਹੈ ਵਰਲਡ ਵਾਰ ਦੀ ਪ੍ਰੈਡਿਕਸ਼ਨ ਜੀ। ਅਦਿੱਤੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ, ਆਫ ਦਾ ਕੈਮਰਾ ਗੱਲ ਕਰਦੇ ਸੀਗੇ ਕਿ ਜਿੱਦਾਂ ਹੁਣ ਪਾਕਿਸਤਾਨ ਦੇ ਵਿੱਚ ਜਦੋਂ ਆ ਹਾਲਾਤ ਬਣੇ ਸੀ ਤਾਂ ਉੱਥੇ ਹੁਣ ਇੱਕ ਉਹਨਾਂ ਦੇ ਅੰਦਰ ਘਾਤੀ ਜਿਹੜਾ ਆ ਉਹ ਉਹਨਾਂ ਦੀ ਲੜਾਈ ਸ਼ੁਰੂ ਹੋਈ ਆ। ਬਲੂਚਿਸਤਾਨ ਬਣਨ ਦੀ ਜਿਹੜੀ ਗੱਲ ਹੈ ਉਹ ਆਖੀ ਜਾਂਦੀ ਆ ਉਹਨਾਂ ਦੇ ਵੱਲੋਂ। ਉਹ ਕਹਿੰਦੇ ਅਸੀਂ ਪਾਕਿਸਤਾਨ ਦਾ ਹਿੱਸਾ ਨਹੀਂ ਆ, ਅਸੀਂ ਆਪਣਾ ਵੱਖਰਾ ਰਹਾਂਗੇ। ਤਾਂ ਤੁਹਾਡੇ ਹਿਸਾਬ ਦੇ ਨਾਲ ਕੀ ਜਿਹੜਾ ਉਹ ਦੋ ਟੁਕੜਿਆਂ ਦੇ ਵਿੱਚ ਪਾਕਿਸਤਾਨ ਵੰਡਿਆ ਜਾ ਸਕਦਾ? ਪਾਕਿਸਤਾਨ ਦੋ ਤੋਂ ਜ਼ਿਆਦਾ ਟੁਕੜਿਆਂ 'ਚ ਵੰਡਿਆ ਜਾਊਗਾ ਜੀ, ਪਰ ਹਜੇ ਨਹੀਂ। ਜੋ ਮੈਂ ਤੁਹਾਨੂੰ ਕਿਹਾ ਕਿ ਪੂਰੇ ਵਿਸ਼ਵ 'ਚ ਹੁਣ ਤੋਂ ਜੀ ਇੱਕ ਤਰ੍ਹਾਂ ਦੀ ਨਾ ਪੈਸਿਵਨੈਸ ਜਾਂ ਕਹੋ ਕਿ ਦਬੀ ਹੋਈ ਮਤਲਬ ਐਗਰੈਸ਼ਨ ਤਾਂ ਹੈ, ਪਰ ਥੋੜੀ ਜਿਹੀ ਸ਼ਾਂਤੀ ਉਹ ਅਗਲੇ ਸਾਲ 2026 ਜੂਨ ਤੋਂ ਪਹਿਲਾਂ ਉਹ ਬਣੀ ਰਹੂਗੀ। ਮਤਲਬ ਲੋਕ ਥੋੜਾ ਜਿਹਾ ਇਹ ਹੋਣਗੇ ਕਿ ਬਈ ਨਹੀਂ ਵਾਰ ਚ ਕਿਆ ਹੈ, ਵਾਰ ਛੱਡੋ, ਠੀਕ ਹੈ, ਗੱਲਬਾਤ ਕਰੋ। ਪਰ ਛੋਟਾ ਮੋਟਾ ਤਾਂ ਹੁੰਦਾ ਹੀ ਰਹੂਗਾ, ਉਹ ਕਦੀ ਵੀ ਨਹੀਂ ਰੁਕਿਆ, ਕਿਸੇ ਵੀ ਕੰਬੀਨੇਸ਼ਨ ਚ ਨਹੀਂ ਰੁਕਿਆ, ਕਿਸੇ ਈਅਰ ਚ ਨਹੀਂ ਰੁਕਿਆ, ਹਰ ਸਾਲ ਕੋਈ ਨਾ ਕੋਈ ਲੜੀ ਰਿਹਾ, ਤਾਂ ਉਹ ਚੱਲਦਾ ਰਹੂਗਾ। ਪਰ ਮੇਜਰਲੀ ਤਾਂ ਇਹ ਜਿਹੜਾ ਹੋਣਾ ਹੈ, ਇਹ ਟੁਕੜੇ ਹੋਣੇ ਆ, ਡੈਫੀਨੇਟਲੀ ਹੋਣਗੇ। ਠੀਕ ਹੈ, ਜਿਹੜਾ ਕੰਬੀਨੇਸ਼ਨ ਇਹਨਾਂ ਦਾ ਕੰਬੀਨੇਸ਼ਨ ਪਾਕਿਸਤਾਨ ਸਪੈਸੀਫਿਕ ਮੈਂ ਕੁੰਡਲੀ ਦੇਖਾਂ, ਇੰਡੀਆ ਸਪੈਸੀਫਿਕ ਕੁੰਡਲੀ ਦੇਖਾਂ, ਔਰ ਇਹਨਾਂ ਦੀ ਵਾਰ ਦਾ ਦੇਖਾਂ, ਤਾਂ 2027 ਦੇ ਨੇੜੇ ਤੇੜੇ ਹੀ ਹੋ ਰਿਹਾ। ਜਾਂ ਜੇ ਨਹੀਂ ਹੋਇਆ ਤਾਂ ਉਹੀ 2029 ਤੋਂ 2032 ਪਾਕਿਸਤਾਨ ਵੀ ਟੁੱਟੂਗਾ, ਚਾਈਨਾ ਵੀ ਟੁੱਟੂਗਾ। ਤਾਂ ਉਹ 'ਚ ਭਾਰਤ ਦਾ ਟੁੱਟਣਾ ਕੁਛ ਹੈ? ਭਾਰਤ ਦਾ ਬੜਾ ਮੁਸ਼ਕਿਲ ਹੈ, ਬਲਕਿ ਭਾਰਤ ਵਧੂਗਾ। ਐਕਚੁਅਲੀ ਭਾਰਤ ਦੀ ਜੇ ਕੁੰਡਲੀ ਦੇਖੋ ਨਾ ਤੁਸੀਂ, ਭਾਰਤ ਦੀ ਕੁੰਡਲੀ ਐਸੀ ਹੈ ਕਿ ਭਾਰਤ ਦੇ ਜਿਹੜੇ ਭਰਾ ਹੈ, ਮਤਲਬ ਭਰਾ ਇਨ ਦਾ ਸੈਂਸ ਜਿਹੜੇ ਨੇਬਰਰਸ ਹੈ ਛੋਟੇ, ਉਹ ਕਦੀ ਵੀ ਭਾਰਤ ਦੇ ਸਾਥ ਨਹੀਂ ਰਹੋਗੇ, ਉਹ ਹਮੇਸ਼ਾ ਅਗੇਂਸਟ ਹੀ ਰਹੋਗੇ। ਤਾਂ ਭਾਰਤ ਦੇ ਜਿੰਨੇ ਵੀ ਨੇਬਰਰ, ਜਿਸ ਮੰਨ ਲਓ ਬਲੋਚਿਸਤਾਨ ਵੀ ਬਣਿਆ ਜਾਂ ਇਹ, ਤੁਸੀਂ ਕਿੰਨਾ ਮਰਜ਼ੀ ਕਰ ਲਓ, ਇਹਨਾਂ ਨੇ 10 ਸਾਲ 20 ਸਾਲ ਇਹ ਇੰਡੀਆ ਦੇ ਅਗੇਂਸਟ ਹੀ ਖੜਾ ਹੋਣਾ। ਇਹ ਤੋਂ ਇੰਡੀਆ ਬਚ ਨਹੀਂ ਸਕਦਾ। ਤਾਂ ਹੁਣ ਇੰਡੀਆ ਦਾ ਟੁੱਟਣਾ ਮਤਲਬ ਬੜਾ ਅਨਲਾਈਕਲੀ ਹੈ। ਜੇ ਕੰਬੀਨੇਸ਼ਨ ਮਤਲਬ ਹਾਲਾਂਕਿ ਲੱਗ ਨਹੀਂ ਰਿਹਾ ਕਿ ਇਸ ਤਰ੍ਹਾਂ ਦਾ ਹੋਊਗਾ, ਪਰ ਉਹ ਵੀ 2029 ਦੇ ਨੇੜੇ ਤੇੜੇ ਹੀ ਲੱਗ ਰਿਹਾ ਹੈ। ਪਰ ਅਦਰਵਾਈਜ਼ ਇਟਸ ਵੈਰੀ ਡਿਫਿਕਲਟ, ਬੜਾ ਮੁਸ਼ਕਲ ਹੈ ਜੀ। ਅਤੇ ਜਿਵੇਂ ਹੁਣ ਜਦੋਂ ਜੰਗ ਦੇ ਹਾਲਾਤ ਬਣੇ ਸੀ ਤਾਂ ਟਾਰਗੇਟ ਸਭ ਤੋਂ ਪਹਿਲਾਂ ਪੰਜਾਬ ਹੋਇਆ। ਤੁਹਾਡੇ ਹਿਸਾਬ ਦੇ ਨਾਲ ਜੇ ਦੁਬਾਰਾ ਇਦਾਂ ਦਾ ਕੁਝ ਹੁੰਦਾ ਤਾਂ ਫਿਰ ਵੀ ਟਾਰਗੇਟ ਪੰਜਾਬ ਰਹੂਗਾ? ਟਾਰਗੇਟ ਪੰਜਾਬ ਰਹੂਗਾ, ਔਰ ਟਾਰਗੇਟ ਪੰਜਾਬ ਦੇ ਨੇੜੇ ਤੇੜੇ ਦੇ ਕਸ਼ਮੀਰ, ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ, ਜਿਹੜੇ ਹੁਣ ਬਾਰਡਰ ਸਟੇਟਸ ਹੈ, ਇਹ ਤਾਂ ਦੇਖੋ ਹੁਣ ਸਾਰਿਆਂ ਨੂੰ ਪਤਾ ਹੈ। ਠੀਕ ਹੈ, ਪਰ ਹੋਊਗਾ ਕਿਆ? ਜਿਹੜਾ ਇੰਟਰਨਲ ਟਾਰਗੇਟਸ, ਇੰਟਰਨਲ ਇੰਡੀਆ ਦੇ ਪ੍ਰੋਬਲਮ ਸ਼ੁਰੂ ਹੋਗੀ, ਉਹ ਤੁਸੀਂ ਈਸਟਰਨ ਸਟੇਟ ਲਾ ਲਓ, ਮਤਲਬ ਬੰਗਾਲ, ਅਸਾਮ, ਉਸ ਸਾਈਡ ਦੀ ਜਿਹੜੇ ਨਾਰਥ ਈਸਟ ਸਟੇਟਸ ਹੈ, ਉੱਥੇ ਬਹੁਤ ਬਵਾਲ ਹੋਊਗਾ, ਬਹੁਤ ਜ਼ਿਆਦਾ, ਔਰ ਇੰਟਰਨਲ। ਤਾਂ ਆਪਾਂ ਬੰਗਲਾਦੇਸ਼ ਦਾ ਵੀ ਉਹ ਨਹੀਂ ਕਰ ਸਕਦੇ ਕਿ ਬਈ ਬੰਗਲਾਦੇਸ਼ ਕੁਝ ਨਹੀਂ ਕਰੂਗਾ, ਡੈਫੀਨੇਟਲੀ ਕਰੂਗਾ। ਤਾਂ ਮੇਨ ਟਾਰਗੇਟ ਜਿਹੜੇ ਤੁਸੀਂ ਸਾਹਮਣੇ ਦੇਖੋਗੇ ਤਾਂ ਆਹੀ ਹੈ, ਪਰ ਜਿਹੜੇ ਸੈਕਿੰਡ ਟਾਰਗੇਟਸ ਹੈ ਜਾਂ ਇੰਟਰਨਲ ਤੁਸੀਂ ਦੇਖੋਗੇ ਕਿ ਦੰਗੇ ਜਾਂ ਇਸ ਤਰ੍ਹਾਂ, ਉਹਦੀ ਕੰਬੀਨੇਸ਼ਨ ਬਹੁਤ ਜ਼ਿਆਦਾ ਖਰਾਬ ਹੈ, ਉਹ ਬੰਗਾਲ ਔਰ ਈਸਟਰਨ ਸਟੇਟ 'ਚ ਤੁਹਾਨੂੰ ਜ਼ਿਆਦਾ ਦਿਖੂਗੇ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਕਿ ਹਾਲਾਤ ਨੇ ਜਿਹੜੇ ਉਹ ਭਾਰਤ ਨੂੰ ਵੀ ਦੇਖਣੇ ਪੈਣਗੇ। ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ। ਜੇ ਇੰਡੀਆ ਦੀ ਗੌਰਮੈਂਟ ਮਾੜਾ ਜਿਹਾ ਵੀ ਰਿਲੈਕਸ ਹੋ ਕੇ ਬੈਠਦੀ ਹੈ ਤਾਂ ਇਹ ਮੰਨੋ ਗੌਰਮੈਂਟ ਵੀ ਗਈ, ਔਰ ਜਿਹੜਾ ਤੁਸੀਂ ਕੁਐਸਚਨ ਪੁੱਛ ਰਹੇ ਸੀ ਇੰਡੀਆ ਬ੍ਰੇਕ, ਤਾਂ ਉਹਦੇ ਵੀ ਬਹੁਤ ਚਾਂਸਸ ਹੈ। ਅਦਿੱਤੇ, ਜਿਵੇਂ ਹੁਣ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਸੈਂਟਰ ਸਰਕਾਰ ਹੈ ਨਾ, ਉਹ ਜ਼ਿਆਦਾਤਰ ਜੇ ਹੁਣ ਗੱਲ ਕਰੀਏ ਹੁਣ ਦੇ ਟਾਈਮ ਦੇ ਵਿੱਚ ਜਿਹੜੀ ਉਹ ਇੱਕ ਹਿੰਦੂਤਵਾਦ ਨੂੰ ਜ਼ਿਆਦਾ ਪ੍ਰੈਫਰ ਕਰਦੀ ਹੈ, ਕਿਉਂਕਿ ਜੋ ਨਰਿੰਦਰ ਮੋਦੀ ਲਾਈ ਹੈ ਤਾਂ ਉਹ ਵੀ ਜਿਹੜੇ ਨੇ ਹਿੰਦੂ ਨੇ, ਰਾਜਨਾਥ ਸਿੰਘ ਜਾਂ ਫਿਰ ਅਮਿਤ ਸ਼ਾਹ, ਸਾਰੇ ਹਿੰਦੂ ਉਹਨਾਂ ਤੋਂ ਬਿਲੋਂਗ ਕਰਦੇ। ਅਤੇ ਹਿੰਦੂਵਾਦ ਆ ਜਿਹੜਾ ਉਹ ਬੜਾ ਜਿਹੜਾ ਇਹਨਾਂ ਨੂੰ ਜੋਤਿਸ਼ ਨੂੰ ਮੰਨਦਾ, ਤਾਂ ਫਿਰ ਉਹ ਉਹਨਾਂ ਦੀ ਸਲਾਹ ਕਿਉਂ ਨਹੀਂ ਲੈਂਦੇ? ਲੈਂਦੇ ਆ, ਤੁਹਾਨੂੰ ਕਿਹਨੇ ਕਿਹਾ ਨਹੀਂ ਲੈਂਦੇ, ਇਹਨਾਂ ਦੇ ਆਪਣੇ ਹੈਗੇ, ਔਰ ਡੈਫੀਨੇਟਲੀ ਇਹ ਲੈਂਦੇ ਆ। ਤੁਸੀਂ ਜਿਹੜੇ ਵੀ ਦੇਖੋ, ਜਦ ਇਹਨਾਂ ਦੀ ਸਵੇਰਿੰਗ ਹੁੰਦੀ ਹੈ, ਜਦ ਸਹੁੰ ਚੁੱਕੀ ਇਹਨਾਂ ਨੇ, ਉਹ ਸਪੈਸ਼ਲ ਕੰਬੀਨੇਸ਼ਨ 'ਚ ਚੁੱਕੀ ਹੈ, ਔਰ ਇਸ ਵਾਰ ਦਾ ਜਿਹੜਾ ਕੰਬੀਨੇਸ਼ਨ ਹੈ, ਜਿਹੜਾ ਹੁਣ ਸਹੁੰ ਚੁੱਕੀ ਹੈ, ਉਹ ਪਿਛਲੇ ਵਾਰ ਦੇ ਕੰਬੀਨੇਸ਼ਨ ਤੋਂ ਬਹੁਤ ਅੱਛਾ ਹੈ। ਪਿਛਲੀ ਵਾਰ ਦਾ ਕੰਬੀਨੇਸ਼ਨ ਜਦ ਇਹਨਾਂ ਨੇ ਸਹੁੰ ਚੁੱਕੀ ਸੀ 2019 'ਚ,
ਹੈ ਨਾ। ਉਹ ਜਿਹੜਾ ਕੰਬੀਨੇਸ਼ਨ ਸੀਗਾ ਉਹ ਇਸ ਤਰ੍ਹਾਂ ਸੀਗਾ ਕਿ ਬਈ ਸਭ ਦਾ ਵਿਕਾਸ, ਸਭ ਦਾ ਹੋਏ, ਮਤਲਬ ਅਸੀਂ ਮਤਲਬ ਪੈਸਿਵ ਹੋ ਕੇ, ਆਫੈਂਸਿਵ ਨਹੀਂ ਸੀਗਾ ਜੀ। ਹੁਣ ਜਿਹੜਾ ਕੰਬੀਨੇਸ਼ਨ ਹੈ, ਜਿਹੜਾ ਇਹਨਾਂ ਨੇ ਸਹੁੰ ਚੱਕੀ ਹੈ, ਇਹ ਬਹੁਤ ਆਫੈਂਸਿਵ ਕੰਬੀਨੇਸ਼ਨ ਹੈ। ਇੰਡੀਆ ਵਾਰ ਤੋਂ ਬਚ ਨਹੀਂ ਸਕਦਾ, ਮਤਲਬ ਇਹ ਇਹੋ ਜਿਹਾ ਕੰਬੀਨੇਸ਼ਨ ਤਾਂ ਇਹਨਾਂ ਦੇ ਕਦ ਤੱਕ ਹੈ 2024 ਤੋਂ ਲੈ ਕੇ 2028, ਠੀਕ ਹੈ, ਇੰਡੀਆ ਦੀ ਵਾਰ ਹੋਈ 29 ਤੱਕ। ਹਾਂ, ਇੰਡੀਆ ਵਾਰ ਤੋਂ ਬਚ ਨਹੀਂ ਸਕਦਾ। ਜਿਵੇਂ ਤੁਸੀਂ 29 ਦੀ ਗੱਲ ਕੀਤੀ ਸੀ ਪਹਿਲਾਂ, ਤਾਂ 29 ਤੱਕ ਕੁਝ ਵੀ ਹੋ ਸਕਦਾ, ਉਹ ਪਹਿਲਾਂ ਹੀ ਹੋ ਜਾਊਗਾ। ਮੈਂ ਤੁਹਾਨੂੰ ਦੱਸਿਆ ਹੁਣੇ ਛੋਟਾ ਮੋਟਾ, ਪਰ 2026 ਤੋਂ ਬਾਅਦ ਤੁਸੀਂ ਹੌਲੀ ਹੌਲੀ ਪੂਰਾ ਵਿਸ਼ਵ ਦੇਖੋਗੇ, ਇਨਕਲੂਡਿੰਗ ਇੰਡੀਆ, ਕਿ ਵਾਰ 'ਚ ਕੰਬੀਨੇਸ਼ਨਸ ਜਾ ਰਹੇ ਹਨ। ਅਤੇ ਜੇ ਆਪਾਂ ਵਾਰ ਤੋਂ ਥੋੜਾ ਜਿਹਾ ਸਾਈਡ ਤੇ ਹੋ ਕੇ ਉਹ ਕਰੀਏ, ਕਿਉਂਕਿ ਹੁਣ ਨਾ ਕਾਫੀ ਦੇਸ਼ਾਂ ਦੇ ਵਿੱਚ ਜਿਹੜਾ ਕਰੋਨਾ ਦੁਬਾਰਾ ਵਾਪਸੀ ਕਰ ਰਿਹਾ, ਤਾਂ ਤੁਹਾਨੂੰ ਲੱਗਦਾ ਵੀ ਜਿਹੜੀ ਇਹਦੀ ਵਾਪਸੀ ਆ ਉਹ ਦੁਬਾਰਾ ਹੋ ਸਕਦੀ? ਕਿਉਂਕਿ ਕਈ ਦੇਸ਼ਾਂ ਦੇ ਵਿੱਚ ਜਿਹੜੇ ਕੇਸ ਨੇ ਉਹ ਸਾਹਮਣੇ ਆਏ ਨੇ। ਹਾਂਜੀ, ਨਹੀਂ, ਕੋਵਿਡ ਨਹੀਂ ਆਊਗਾ ਵਾਪਸ, ਇਹ ਸ਼ੋਰ ਹੈ, ਠੀਕ ਹੈ ਜੀ। ਪਰ ਜਿਹੜੇ ਇਸ ਤਰ੍ਹਾਂ ਦੀ ਕੋਈ ਹੋਰ ਬਿਮਾਰੀ ਉਹ ਫੇਰ ਆਊਗੀ। ਅਗੇਨ ਮੈਂ ਤੁਹਾਨੂੰ ਉਹੀ ਕਹਿ ਰਿਹਾ, 2028, 29, 30, 31, 32 ਇਹਨਾਂ 'ਚ ਤੁਸੀਂ ਦੇਖੋਗੇ ਜਿਹੜੀ ਕੋਵਿਡ ਤਾਂ ਤੁਸੀਂ ਮੰਨੋ ਬਹੁਤ ਛੋਟਾ ਜਿਹਾ ਸੀਗਾ, ਕਿ ਉਹ 5 ਸਾਲ ਇੰਨੇ ਜਾਣੀ ਕਿ ਸਾਰੇ ਵਿਸ਼ਵ ਲਈ ਖਤਰਨਾਕ, ਬਹੁਤ ਜ਼ਿਆਦਾ। ਔਰ ਕੋਵਿਡ ਬਹੁਤ ਛੋਟਾ ਜਿਹਾ ਸੀਗਾ, ਤੁਸੀਂ ਮੰਨੋ। ਜੇ ਆਫ ਕੋਰਸ ਕੋਵਿਡ 'ਚ ਲੋਕਾਂ ਨੂੰ ਪ੍ਰੋਬਲਮ ਹੋਈ ਹੈ, ਡੈਥ ਵੀ ਹੋਈ ਹੈ, ਸਾਰਾ ਕੁਝ ਹੋਇਆ, ਲੋਕ ਡਰੇ ਵੀ ਹੈ ਜੀ। ਪਰ ਜੇ ਤੁਸੀਂ ਦੇਖੋ ਨਾ, ਨੰਬਰ ਦੇਖੋ, ਤਾਂ ਜਿੰਨੀਆਂ ਡੈਥ ਇੰਡੀਆ 'ਚ ਇੱਕ ਸਾਲ 'ਚ ਐਕਸੀਡੈਂਟ ਤੋਂ ਹੋ ਜਾਂਦੀਆਂ ਨਾ, ਕੋਵਿਡ ਦੀਆਂ ਡੈਥ ਤੋਂ ਘੱਟ ਸੀਗੀਆਂ। ਲੋਕਾਂ ਨੂੰ ਪ੍ਰੋਬਲਮ ਹੋਈ ਹੈ, ਸਾਰਾ ਗਵਰਨਮੈਂਟ ਨੇ ਬਿਜ਼ਨਸ ਬੰਦ ਕਰਿਆ, ਜੋ ਵੀ ਕਰਿਆ, ਠੀਕ ਹੈ, ਪੂਰਾ ਵਰਲਡ ਨਹੀਂ ਕਰਿਆ। ਪਰ ਜਿਹੜਾ ਹੁਣ ਆਊਗਾ ਨਾ, ਉਹ ਰੀਅਲ ਥ੍ਰੈਟ ਹੋਊਗਾ, ਰੀਅਲ ਥ੍ਰੈਟ। ਔਰ ਉਹ ਵੀ ਮੈਂ ਤੁਹਾਨੂੰ ਦੱਸ ਦਵਾਂ, ਮੈਨ ਮੇਡ ਹੋਊਗਾ। ਮਤਲਬ ਇਹ ਨਹੀਂ ਹੋਊਗਾ ਕਿ ਆਟੋਮੈਟਿਕਲੀ ਮਤਲਬ ਕਿਸੇ ਜਾਨਵਰ ਤੋਂ ਫੈਲ ਗਿਆ, ਇਸ ਤਰ੍ਹਾਂ ਮੈਨ ਮੇਡ ਹੋਊਗਾ। ਉਹ ਪ੍ਰੋਪਰ ਤਿਆਰ ਕੀਤਾ ਜਾਊਗਾ, ਪ੍ਰੋਪਰ ਤਿਆਰ ਕਰਿਆ ਜਾਊਗਾ, ਔਰ ਉਹ ਲੀਕ ਹੋਊਗਾ। ਜਿਵੇਂ ਪਹਿਲਾਂ ਪਾਕਿਸਤਾਨ ਜਿਹੜਾ ਚੀਨ ਤੇ ਇਸ ਦੇ ਕਰੋਨਾ ਦੇ ਜਿਹੜੇ ਇਲਜ਼ਾਮ ਲੱਗਦੇ ਸੀਗੇ, ਵੀ ਉਹ ਵੀ ਜਿਹੜਾ ਤਿਆਰ ਕੀਤਾ ਗਿਆ ਇੱਕ ਕਿਸਮ ਨਾਲ। ਕਹਿ ਨਹੀਂ ਸਕਦੇ ਚੀਨ ਨੇ ਤਿਆਰ ਕਰਿਆ ਜਾਂ ਕਿਹਨੇ ਕਰਿਆ, ਪਰ ਇਹ ਤਿਆਰ ਹੀ ਸੀਗਾ, ਇਹ ਤਿਆਰ ਹੀ ਕੀਤਾ ਹੋਇਆ ਸੀਗਾ। ਔਰ ਹੁਣ ਜਿਹੜਾ ਆਊਗਾ ਉਹ ਬਹੁਤ ਜ਼ਿਆਦਾ, 2 ਤੋਂ 3 ਦੇਖੋ, ਬ੍ਰਹਸਪਤੀ ਅਤਿਚਾਰੀ ਹੋ ਚੁੱਕਾ ਹੈ। ਬ੍ਰਹਸਪਤੀ ਹਿਊਮਨ ਰੇਸ ਨੂੰ ਬਚਾ ਰਿਹਾ 2026 ਤੱਕ, ਮਿਡ ਤੱਕ, ਅਕਤੂਬਰ। ਉਹ ਤੋਂ ਬਾਅਦ ਜਿਹੜੇ ਕੰਬੀਨੇਸ਼ਨਸ ਹੈ ਉਹ ਇਸ ਤਰ੍ਹਾਂ ਦੇ ਹੈ ਕਿ ਬਹੁਤ ਮੈਡੀਕਲ ਰਿਲੇਟਡ ਪ੍ਰੋਬਲਮਸ ਲੋਕਾਂ ਨੂੰ ਸ਼ੁਰੂ ਹੋ ਜਾਊਗੀਆਂ। ਕੋਵਿਡ ਛੋਟਾ ਜਿਹਾ ਚੀਜ਼ ਸੀਗਾ, ਕੋਵਿਡ ਤੋਂ ਜ਼ਿਆਦਾ ਖਤਰਨਾਕ ਹੋਊਗੀ। ਅਦਿੱਤੇ ਜੀ, ਜਿਵੇਂ ਤੁਸੀਂ ਇਹ ਭਵਿੱਖਬਾਣੀ ਕਰਦੇ ਹੋ, ਅੰਦਾਜ਼ਾ ਲਗਾਉਂਦੇ ਹੋ, ਤਾਂ ਫਿਰ ਇਹ ਸ਼ੁਰੂਆਤ ਕਿਵੇਂ ਕਰਦੇ ਹੋ? ਕਿਵੇਂ ਸੋਚਿਆ ਵੀ ਜਿਹੜਾ ਪਹਿਲਗਾਮ ਹਮਲੇ ਤੋਂ ਬਾਅਦ ਕਿਵੇਂ ਸੋਚਿਆ ਵੀ ਉਹ ਜੰਗ ਲੱਗੂਗੀ, ਜਾਂ ਫਿਰ ਉਹ ਬਹੁਤ ਘੱਟ ਸਮੇਂ ਦੀ ਹੋਊਗੀ? ਇਹ ਕਿਵੇਂ ਦੇਖਦੇ ਹੋ ਸਾਰਾ ਕੁਝ? ਫਿਰ ਇਹ ਤਾਂ ਐਸਟ੍ਰੋਲੋਜੀ ਫਿਰ ਕੰਬੀਨੇਸ਼ਨ ਹੁੰਨੇ ਹੈ ਕਿ ਬਈ ਜਿਸ ਤਰ੍ਹਾਂ ਮੰਗਲ ਕਿੱਥੇ ਹੈ, ਜਾਂ ਸ਼ਨੀ ਕਿੱਥੇ ਹੈ, ਬ੍ਰਹਸਪਤੀ ਕਿੱਥੇ ਹੈ। ਜਿਹੜੀ ਵਾਰਸ ਹੈ ਨਾ, ਔਰ ਖਾਸ ਕਰ 2 ਬੜੇ ਦੇਸ਼ਾਂ 'ਚ ਵਾਰ, ਉਹ ਬੜੇ ਪਲੈਨਟਸ ਤੋਂ ਦੇਖੀ ਜਾਂਦੀ ਹੈ, ਜਿਸ ਤਰ੍ਹਾਂ ਸ਼ਨੀ, ਰਾਹੂ ਔਰ ਬ੍ਰਹਸਪਤੀ, ਠੀਕ ਹੈ। ਫਿਰ ਮੰਗਲ ਵਾਰ ਦਾ ਦੇਵਤਾ ਹੈ, ਤਾਂ ਮੰਗਲ ਨੀਚ ਦਾ ਚੱਲ ਰਿਹਾ ਸੀਗਾ। ਮੰਗਲ ਨੀਚ ਦਾ ਮਤਲਬ ਹੈ ਕਿ ਮੰਗਲ 'ਚ ਜਾਨ ਨਹੀਂ ਹੈਗੀ, ਪਹਿਲੀ ਚੀਜ਼। ਮਤਲਬ ਇਨ ਦਾ ਸੈਂਸ ਮੰਗਲ ਦੀ ਜਿਹੜੀ એનર્ਜੀ ਹੈ, ਮੰਗਲ ਦੀ એનર્ਜੀ ਹੈ ਵਾਰ, ਆਫੈਂਸਿਵ, ਕਿ ਬਈ ਮੈਨੂੰ ਤੂੰ ਇੱਕ ਕਿਹਾ, ਮੈਂ ਤੈਨੂੰ 10 ਕਹੂੰਗਾ, ਔਰ ਸੋਚਣਾ ਨਹੀਂ, ਜਸਟ ਫੋਲੋ ਦਾ ਆਰਡਰਸ। ਉਹ ਨੀਚ ਦਾ ਪਲੈਨਟ ਹੈ, ਅੱਜ ਵੀ ਨੀਚ ਦਾ ਚੱਲ ਰਿਹਾ ਹੈ, ਠੀਕ ਹੈ। ਉਹਦੀ ਸਟਰੈਂਥ ਵੀਕ ਹੈ, ਤਾਂ ਵਾਰ ਲੰਬੀ ਹੋ ਹੀ ਨਹੀਂ ਸਕਦੀ। ਤਾਂ ਉਹ ਜਿਹੜਾ ਵੀਕ ਹੈ, ਹੁਣ ਆ 5-6 ਜੂਨ ਨੂੰ ਉਹਨੇ ਠੀਕ ਹੋ ਜਾਣਾ, ਉਹ ਤੋਂ। ਪਰ ਹਜੇ ਵਾਰ ਖਤਮ ਨਹੀਂ ਹੋਈ, ਪਰ ਇਹ ਪੈਸਿਵ ਹੈ, ਦਬੀ ਹੋਈ ਹੈ, ਤਾਂ ਹਜੇ ਉਹ ਉੱਠਣ ਨਹੀਂ ਦਊਂਗੇ। ਔਰ ਦੂਸਰਾ ਕਿਆ ਸੀਗਾ, ਜੇ ਮੈਂ ਬਰੋਡਲੀ ਦੱਸਾਂ, ਹੋਰ ਛੋਟੇ ਕੰਬੀਨੇਸ਼ਨ ਛੱਡ ਦੇਵਾਂ, ਕਿ ਜਿਹੜਾ ਸ਼ਨੀ ਹੈ ਉਹ ਬ੍ਰਹਸਪਤੀ ਨੂੰ ਦੇਖ ਰਿਹਾ ਸੀਗਾ। ਬ੍ਰਹਸਪਤੀ ਕਿਸ ਦਾ ਪਲੈਨਟ ਹੈ? ਅਰਥ ਲਈ ਬਹੁਤ ਅੱਛਾ ਪਲੈਨਟ। ਜੇ ਬ੍ਰਹਸਪਤੀ ਖੁਸ਼ ਹੋਊਗਾ ਜਾਂ ਅੱਛਾ ਹੋਊਗਾ, ਤਾਂ ਫਸਲਾਂ ਵੀ ਅੱਛੀਆਂ ਹੁੰਦੀਆਂ, ਸਾਰਾ ਕੁਝ ਅੱਛਾ ਹੁੰਦਾ, ਮੌਸਮ ਵੀ ਅੱਛਾ ਹੋਊਗਾ। ਉਹ ਸ਼ਨੀ ਦੀ ਦ੍ਰਿਸ਼ਟੀ 'ਚ ਹੈ। ਜੇ ਉਹ ਸ਼ਨੀ ਦੀ ਦ੍ਰਿਸ਼ਟੀ 'ਚ ਹੈ, ਫਿਰ ਮਤਲਬ ਕੋਈ ਅੱਛਾ ਕੰਮ ਹੋ ਨਹੀਂ ਸਕਦਾ। ਤਾਂ ਉਹ ਬਾਹਰ ਨਿਕਲ ਗਿਆ, ਉਹ 15 ਨੂੰ ਬਾਹਰ ਨਿਕਲ ਗਿਆ। ਹੁਣ ਜਿਹੜੇ ਵਾਰ ਦੇ ਕੰਬੀਨੇਸ਼ਨ ਆ ਉਹ ਬਹੁਤ ਘੱਟ ਗਏ। ਤਾਂ ਜਿਹੜਾ 2030 ਮੈਂ ਕਹਿ ਰਿਹਾ, ਜਿਹੜੇ ਮਹਾਭਾਰਤ ਦੇ ਕੰਬੀਨੇਸ਼ਨ ਸੀ, ਸ਼ਨੀ ਜਿਸ ਨਕਸ਼ਤਰ 'ਚ ਸੀਗਾ, ਜਿਸ ਤਰ੍ਹਾਂ ਗ੍ਰਹਿਣ ਲੱਗਿਆ ਉੱਥੇ, ਸ਼ਨੀ ਔਰ ਕੇਤੂ ਦਾ ਕੰਬੀਨੇਸ਼ਨ, ਔਰ ਸਾਹਮਣੇ ਸ਼ਨੀ ਦੇ ਸਾਹਮਣੇ ਬ੍ਰਹਸਪਤੀ ਰਾਹੂ ਨਾਲ, ਠੀਕ ਹੈ, ਗੁਰੂ ਚੰਡਾਲ ਯੋਗ ਬਣਾ ਕੇ, ਡੈਫੀਨੇਟਲੀ ਵਾਰ ਹੈ। ਡੈਫੀਨੇਟਲੀ ਹਿਊਮਨਸ ਲਈ, ਮਤਲਬ ਪੋਪੂਲੇਸ਼ਨ ਵੀ ਘਟੂਗੀ, ਡੈਫੀਨੇਟਲੀ ਵਾਰ ਵੀ ਹੋਊਗੀ, ਡੈਫੀਨੇਟਲੀ ਬ੍ਰੇਕ ਵੀ ਹੋਣਗੇ, ਜਿਹੜੇ ਇੰਟਰਨਲ ਵਾਰਸ ਹੋਣਗੀਆਂ,
ਚਾਈਨਾ ਸਪੈਸੀਫਿਕ ਇੰਟਰਨਲ ਵਾਰ ਜ਼ਰੂਰ ਉੱਥੇ ਜ਼ਿਆਦਾ ਖਤਰਨਾਕ ਹੈ ਬਾਹਰ ਤੋਂ ਕੋਈ ਅਟੈਕ ਕਰੇ। ਤਾਂ ਇਹ ਸਾਰੇ ਕੰਬੀਨੇਸ਼ਨ ਬਣੇ ਹੋਏ ਔਰ ਹੋਣਾ ਹੀ ਹੋਣਾ। ਸੋ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਆਚਾਰਿਆ ਅਦਿੱਤੇ ਜੀ, ਜਿਨ੍ਹਾਂ ਦੇ ਨਾਲ ਅਸੀਂ ਪੂਰੀ ਗੱਲਬਾਤ ਕੀਤੀ ਹੈ ਕਿ ਜਿਹੜੀ ਅਗਲੀ ਵਿਸ਼ਵ ਯੁੱਧ ਹੈ ਉਹ ਕਦੋਂ ਹੋਣ ਵਾਲਾ, ਕਿਉਂਕਿ ਹਰ ਰੋਜ਼ ਜਿਹੜੀ ਕੋਈ ਨਾ ਕੋਈ ਨਵੀਂ ਭਵਿੱਖਬਾਣੀ ਆ ਉਹ ਸਾਹਮਣੇ ਆਉਂਦੀ ਆ। ਤਾਂ ਇਹਨਾਂ ਦੇ ਵੱਲੋਂ ਵੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਕਿ 2029 ਤੋਂ ਲੈ ਕੇ 2032 ਦੇ ਵਿਚਕਾਰ ਜਿਹੜਾ ਹੈ ਉਹ ਵਿਸ਼ਵ ਯੁੱਧ ਹੋ ਸਕਦਾ ਹੈ। ਤਾਂ ਇਹਨਾਂ ਦੀ ਭਵਿੱਖਬਾਣੀ ਦੇ ਵਿੱਚ ਕਿੰਨੀ ਸੱਚਾਈ ਹੋਊਗੀ ਜਾਂ ਕਿੰਨਾ ਜਿਹੜਾ ਉਹ ਝੂਠ ਹੋਊਗਾ, ਇਹ ਸਮਾਂ ਆਉਣ 'ਤੇ ਪਤਾ ਲੱਗੂਗਾ। ਪਰ ਜਿਹੜੀ ਇਹਨਾਂ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਜੇ 14 ਤਰੀਕ ਤੋਂ ਪਹਿਲਾਂ ਜਿਹੜਾ ਜੰਗ ਹੁੰਦੀ ਹੈ ਤਾਂ ਇਹ ਬਹੁਤ ਸ਼ਾਰਟਲੀ ਟਾਈਮ ਹੋਊਗੀ, 3 ਦਿਨਾਂ ਦੀ ਜਿਹੜੀ ਹੋਊਗੀ ਤੇ 14 ਤੋਂ ਪਹਿਲਾਂ ਖਤਮ ਹੋਊਗੀ। 14 ਤੋਂ ਪਹਿਲਾਂ ਖਤਮ ਵੀ ਹੋਈ ਤੇ ਨਾਲ ਹੀ ਇਹਨਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਜੇਕਰ ਜੂਨ ਦੇ ਵਿੱਚ ਉਹ ਜੰਗ ਹੁੰਦੀ ਹੈ ਤਾਂ ਉਹ ਲੰਬੀ ਚੱਲ ਸਕਦੀ ਆ। ਤਾਂ ਮੇਰੇ ਹਿਸਾਬ ਦੇ ਨਾਲ ਜਿਹੜਾ ਇਹਨਾਂ ਦੀ ਇਹ ਭਵਿੱਖਬਾਣੀ ਤਾਂ ਸੱਚ ਹੋਈ ਹੈ, ਤੇ ਅੱਗੇ ਭਵਿੱਖਬਾਣੀ ਕਿੰਨੀ ਸੱਚ ਹੋਵੇਗੀ ਉਹ ਸਮਾਂ ਆਉਣ 'ਤੇ ਪਤਾ ਲੱਗੇਗਾ।